ਭੂਮੀ ਬਰੋਡ ਦੇ ਇਸ ਐਪੀਸੋਡ ਵਿੱਚ ਤੁਹਾਡਾ ਸਵਾਗਤ ਹੈ। ਪਰਦੇਸਾਂ ਵਿੱਚ ਵਸਿਆ ਹੈ ਮੇਰਾ ਕੱਲ, ਪਰਦੇਸਾਂ ਵਿੱਚ ਹੀ ਸ਼ਾਇਦ ਮਿਲ ਸਕਣਗੇ ਮੈਨੂੰ ਆਪਣੇ ਸੁਪਨੇ ਮੁਸਕਰਾਉਂਦੇ ਪਲ। ਇਹ ਹੈ ਹਰ ਉਸ ਪੰਜਾਬੀ ਨੌਜਵਾਨ ਦੇ ਦਿਲ ਦੀ ਆਵਾਜ਼ ਜਿਸ ਦੇ ਸੁਪਨਿਆਂ ਵਿੱਚ ਵਸੀਆਂ ਨੇ ਵਿਦੇਸ਼ ਦੀਆਂ ਰਾਹਾਂ, ਪਰ ਪਰਦੇਸ ਵਿੱਚ ਆਪਣੀ ਇੱਕ ਅਲੱਗ ਪਹਿਚਾਣ ਬਣਾਉਣ ਲਈ ਕਿਉਂ ਉਹ ਨੌਜਵਾਨ ਸਭ ਕੁਝ ਭੁੱਲ ਜਾਂਦੇ ਨੇ, ਕਿਉਂ ਇਹ ਆਪਣੇ ਸੁਪਨਿਆਂ ਹੱਥੀਂ ਹੀ ਠੱਗੇ ਜਾਂਦੇ ਨੇ, ਇਹ ਤਾਂ ਸ਼ਾਇਦ ਇਹ ਖੁਦ ਵੀ ਨਹੀਂ ਜਾਣਦੇ। इस हफ्ते भी कुछ अजिही ही पंजाबियां दी कहानियां सामने आईयां जो दुबई दे आबूधाबी विच एक झगड़े दे मामले च उत्थों दी जेल विच सज़ा कट रहे ने। पंजाब दे 8 होर नौजवान दुबई दे आबू धाबी विच एक झगड़े दे मामले विच उत्थों दी जेल विच सज़ा कट रहे ने। काफ़ी समय बाद इन्हां नौजवानां दे परिवार वालियां नूं पता लगा तां उन्हां भाजपा दे राज सभा मैंबर अविनाश राय खन्ना जरिए भारत सरकार नूं गुहार लगाई है। उन्होंने भारत सरकार नूं अपील की है कि नौजवानों नूं जल्द ही रिहा करवाया जाए। पंजाब के ਵੱਖ-ਵੱਖ ਜ਼ਿਲ੍ਹਿਆਂ चों रोजी रोटी कमाउण लई दुबई गए 8 नौजवान आबू धाबी विच एक झगड़े के मामले विच उत्थों दी जेल विच पिछले 1 साल तो सज़ा कट रहे ने। इस दा खुलासा उत्थों दी जेल विचों किसी होर मामले विच सज़ा कट के आए एक कैदी ने जेल विच बंद नौजवानों के परिवारां कोल कीता। जिद्दनों उत्थे कोई लड़ाई झगड़ा होया दो पार्टियां दा शराब वेचण वालियां दा। अच्छा जी। ਤੇ ਬੋਤਲਾਂ ਬਾਦਲਾਂ ਇੱਕ ਦੂਜੇ ਦੇ ਕੋਈ ਉਹਨਾਂ ਨੇ ਮਾਰੀਆਂ ਤੇ ਬੱਚਾ ਮੇਰਾ 7 ਵਜੇ ਡਿਊਟੀ ਤੋਂ ਕਹਿੰਦਾ ਵੀ ਮੈਂ ਆਇਆ ਹਾਂ ਤੇ ਮੈਂ ਕੋਈ ਰੋਟੀ ਪਾਣੀ ਮਾੜਾ ਕਰਕੇ ਬਾਹਰੋਂ ਕੁਝ ਖਾਣ ਗਿਆ ਤੇ ਮੇਰੇ ਵੀ ਸਿਰ ਦੇ ਵਿੱਚ ਬੋਤਲ ਵੱਜ ਗਈ ਤੇ ਮੈਂ ਆਪਣੇ ਫੋਰਮੈਨ ਨੂੰ ਕਿਹਾ ਵੀ ਮੇਰੇ ਵੀ ਇਦਾਂ ਵੀ ਸੱਟ ਲੱਗੀ ਤੇ ਉਹਨੇ ਕਿਹਾ ਵੀ ਤੇਰਾ ਇਲਾਜ ਕਰਾਉਣੇ ਆ ਤੇ ਦੂਸਰੀ ਪਾਰਟੀ ਵਾਲਿਆਂ ਨੇ ਕਿਹਾ ਵੀ ਉਹ ਪਾਰਟੀ ਦਾ ਬੰਦਾ ਜਿਹੜਾ ਉਹਦੇ ਸੱਟ ਲੱਗੀ ਹੈ ਤੇ ਉਹ ਹਸਪਤਾਲ ਦੇ ਵਿੱਚ ਆ। ਤੇ ਉੱਥੋਂ ਇਹਨੂੰ ਸੀਆਈਡੀ ਵਾਲਿਆਂ ਚੁੱਕ ਲਿਆ। ਮੁੜ ਕੇ 5-7 ਦਿਨ ਜੀ ਉਹ ਕੁੱਟਦੇ ਮਾਰਦੇ ਰਹੇ। ਅੱਛਾ ਜੀ। ਕਿ ਤੁਸੀਂ ਮੰਨੋ ਵੀ ਅਸੀਂ ਕਤਲ ਕੀਤਾ ਤੇ ਕਹਿੰਦੇ ਵੀ ਅਸੀਂ ਕਿੱਦਾਂ ਮੰਨ ਜੀ ਵੀ ਅਸੀਂ ਕੀਤਾ ਨਹੀਂ ਕਤਲ। ਅੱਛਾ ਜੀ। ਫਿਰ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਜੇਲ੍ਹ 'ਚ ਘੱਲਤਾ ਨਾ। ਅਵਿਨਾਸ਼ ਰਾਏ ਖੰਨਾ ਨੇ ਕਿਹਾ ਹੈ ਕਿ ਇਹਨਾਂ 8 ਪੰਜਾਬੀ ਨੌਜਵਾਨਾਂ ਨੂੰ ਜਲਦ ਤੋਂ ਜਲਦ ਰਿਹਾਈ ਲਈ ਉਹਨਾਂ ਭਾਰਤ ਦੇ ਵਿਦੇਸ਼ ਮੰਤਰੀ ਨੂੰ ਚਿੱਠੀ ਲੈ ਕੇ ਮਾਮਲੇ ਤੋਂ ਜਾਣੂ ਕਰਵਾਇਆ है। मैंने विदेश मंत्री को एक पत्र लिखा था जब मेरे पास आए थे, उनका अभी जवाब नहीं आया, आ जाएगा। लेकिन मेरी सरकार से गुजारिश है कि ऐसे केसों को निपटाने के लिए जो सरकार है वो ऐसा कोई एक नोडल एजेंसी बनाए जिसमें वो बात करके पेरेंट्स अपने बच्चों की अपने रिश्तेदारों की पूरी जानकारी जो है उनको मिल पाए। ਹੁਸ਼ਿਆਰਪੁਰ ਤੋਂ ਕੈਮਰਾਮੈਨ ਭਾਰਤ ਭੂਸ਼ਣ ਅਤੇ ਪੱਤਰਕਾਰ ਨਿਪੁਨ ਸ਼ਰਮਾ ਦੇ ਨਾਲ ਜਰਮਨਜੀਤ ਸਿੰਘ ਰੰਧਾਵਾ, ਡੇ ਐਂਡ ਨਾਈਟ ਨਿਊਜ਼। ਹੁਸ਼ਿਆਰਪੁਰ ਦੇ ਮਾਹਿਲਪੁਰ ਨੇੜੇ ਪਿੰਡ ਨੰਗਲ ਨਾਲ ਸੰਬੰਧਿਤ 20 ਸਾਲਾ ਮਨਰਾਜਵਿੰਦਰ ਸਿੰਘ ਤੇ ਮੈਲਬੌਰਨ 'ਚ ਹੋਏ ਜਾਨਲੇਵਾ ਹਮਲੇ ਸੰਬੰਧੀ ਵਿਕਟੋਰੀਆ ਪੁਲਿਸ ਨੇ 3 ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਹੈ। ਆਸਟ੍ਰੇਲੀਆ ਵਿੱਚ ਰਹਿੰਦੇ ਹੁਸ਼ਿਆਰਪੁਰ ਦੇ ਪਿੰਡ ਨੰਗਲ ਕਲਾਂ ਦੇ ਨੌਜਵਾਨ ਮਨਰਾਜਵਿੰਦਰ ਸਿੰਘ ਉੱਤੇ 7 ਦੇ ਕਰੀਬ ਵਿਅਕਤੀਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਵਿੱਚ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਹ ਹੁਣ ਕੋਮਾ ਵਿੱਚ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਿਹਾ ਹੈ। ਇਸ ਘਟਨਾ ਦੇ ਚੱਲਦੇ ਜ਼ਖਮੀ ਨੌਜਵਾਨ ਦੇ ਪਰਿਵਾਰਕ ਮੈਂਬਰ ਸਦਮੇ ਵਿੱਚ ਨੇ। ਹਜੇ ਪਤਾ ਹੁਣ ਬਾਕੀ ਤਾਂ ਬਾਹਰ ਆਏ ਤੇ ਸਾਰਾ ਕੁਝ ਪਤਾ ਲੱਗੂ। ਉਹ ਡਿੱਗਣ ਜਿੱਦਾਂ ਆਉਂਦੇ ਤੇ ਉਹਦੇ ਕਹਿੰਦਾ ਲੱਤ ਮੰਮੀ ਮੂੰਹ ਤੇ ਮਾਰੀ। ਨਾਲ ਦੇ ਮੁੰਡੇ ਨੇ ਸਾਰਾ ਦੱਸਿਆ ਜਿਹੜਾ ਨੱਠ ਗਿਆ ਸੀ, ਜਿਹਨੇ ਪੁਲਿਸ ਨੂੰ ਦੱਸਿਆ। ਉਹਨੇ ਕਿਹਾ ਕਹਿੰਦਾ ਇਹਦੇ ਲੱਤ ਮਾਰੀ, ਇਹ ਪਿੱਛੇ ਨੂੰ ਡਿੱਗ ਪਿਆ ਜਿੱਦਾਂ ਪਾਰਕ ਵਿੱਚ ਸੀ ਨਾਲ ਪੱਕੀ ਸੜਕ ਇੱਦਾਂ ਕਿਨਾਰੇ ਤੇ ਸੜਕ ਤੇ ਡਿੱਗ ਪਿਆ। ਇੱਕ ਵਾਰੀ ਕਹਿੰਦਾ ਉੱਠਿਆ, ਉਲਟੀ ਆਈ, ਉੱਠ ਕੇ ਬਸ ਫੇਰ ਇਹ ਡਿੱਗ ਪਿਆ। ਫੇਰ ਰੁੱਸ ਗਏ ਤਾਂ ਉਹਨਾਂ ਦੇ ਅਸੀਂ ਉਹ ਵੀ ਫੁਟੇਜ ਵੀ ਚੈੱਕ ਕੀਤੀ ਹੈ ਜਿਹੜੀ ਉਹਨੇ ਦੂਜਾ ਕੀਤੀ। ਉਹ ਨਿਗਰੋ 8 ਇੱਕ ਗੋਰੀ ਆ ਉਹਨਾਂ ਦੇ ਨਾਲ। ਤਾਂ ਲੁੱਟ ਖੋਹ ਦੇ ਮਾਮਲੇ ਨਾਲ ਜਾਂ ਡਰੱਗ ਹੀ ਆ ਉਹਨਾਂ ਦਾ ਇਹ ਕੰਮ ਹੈ। ਉਧਰ ਵਿਕਟੋਰੀਆ ਪੁਲਿਸ ਨੇ 20 ਸਾਲਾ ਮਨਰਾਜਵਿੰਦਰ ਸਿੰਘ ਉੱਤੇ ਮੈਲਬਰਨ ਵਿੱਚ ਹੋਏ ਜਾਨਲੇਵਾ ਹਮਲੇ ਸੰਬੰਧੀ 3 ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸ ਦਈਏ ਕਿ ਮੈਲਬਰਨ ਵਿੱਚ ਇੱਕ ਪਾਰਕ ਵਿੱਚ ਐਤਵਾਰ ਸਵੇਰੇ ਮਨਰਾਜਵਿੰਦਰ ਸਿੰਘ ਅਤੇ ਉਸ ਦੇ 2 ਹੋਰ ਦੋਸਤਾਂ ਨੂੰ ਕੁਝ ਮੁੰਡਿਆਂ ਨੇ ਕੁੱਟਿਆ ਸੀ ਅਤੇ ਇਸ ਹਮਲੇ ਵਿੱਚ ਮਨਰਾਜਵਿੰਦਰ ਸਿੰਘ ਦੇ ਸਿਰ ਉੱਤੇ ਗੰਭੀਰ ਸੱਟਾਂ ਲੱਗੀਆਂ ਸਨ, ਜਿਸ ਮਗਰੋਂ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ। ਬਿਊਰੋ ਰਿਪੋਰਟ, ਡੇ ਐਂਡ ਨਾਈਟ ਨਿਊਜ਼। ਕੁਈਨ ਐਲਿਜ਼ਾਬੈਥ ਨੇ ਇਸ ਹਫ਼ਤੇ ਕੁਝ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਹੈ, ਜਿਨ੍ਹਾਂ 'ਚ 15 ਭਾਰਤੀ ਮੂਲ ਦੀਆਂ ਹਸਤੀਆਂ ਵੀ ਸ਼ਾਮਲ ਨੇ। ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈਥ ਵੱਲੋਂ ਨਵੇਂ ਸਾਲ ਮੌਕੇ 2014 ਵਿੱਚ ਕੁਝ ਨਾਮਵਰ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿੱਚ 15 ਭਾਰਤੀ ਮੂਲ ਦੀਆਂ ਹਸਤੀਆਂ ਵੀ ਸ਼ਾਮਲ ਨੇ। ਇਨ੍ਹਾਂ ਵਿੱਚ ਸਭ ਤੋਂ ਪ੍ਰਮੁੱਖ ਵੁਲਵਰਹੈਂਪਟਨ ਵਾਸੀ ਡਾਕਟਰ ਸਾਧੂ ਸਿੰਘ ਗਾਖਲ ਨੂੰ ਮੈਂਬਰ ਆਫ ਬ੍ਰਿਟਿਸ਼ ਅੰਪਾਇਰ ਯਾਨੀ ਕਿ MBE ਉਪਾਧੀ ਨਾਲ ਸਨਮਾਨਿਤ ਕੀਤਾ ਗਿਆ। ਬ੍ਰਿਟਿਸ਼ ਸਿੱਖ ਕੌਂਸਲੇਟਿਵ ਫੋਰਮ ਦੇ ਵਾਈਸ ਚੇਅਰਮੈਨ ਡਾਕਟਰ ਸਾਧੂ ਸਿੰਘ ਗਾਖਲ ਨੂੰ ਇੰਗਲੈਂਡ ਵਿੱਚ ਸਿੱਖ ਭਾਈਚਾਰੇ ਦੀ ਭਲਾਈ ਲਈ ਕੰਮ ਕਰਨ ਬਦਲੇ ਸਨਮਾਨਿਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ MBE ਉਪਾਧੀ ਨਾਲ ਪੰਜਾਬੀ ਮੂਲ ਦੇ ਹੀ ਸਤਬੀਰ ਸਿੰਘ ਜੱਸਲ ਨੂੰ ਵੀ ਸਨਮਾਨਿਤ ਕੀਤਾ ਗਿਆ ਹੈ ਅਤੇ ਨੈਸ਼ਨਲ ਕਾਉਂਸਲ ਆਫ ਹਿੰਦੂ ਟੈਂਪਲ ਦੇ ਸਾਬਕਾ ਪ੍ਰਧਾਨ ਬ੍ਰਿਜ ਮੋਹਨ ਗੁਪਤਾ ਨੂੰ ਵੀ MBE ਉਪਾਧੀ ਨਾਲ ਹੀ ਸਨਮਾਨਿਤ ਕੀਤਾ ਗਿਆ ਹੈ। MBE ਉਪਾਧੀ ਤੋਂ ਇਲਾਵਾ ਭਾਰਤੀ ਮੂਲ ਦੇ ਲੋਕਾਂ ਨੂੰ OBE ਨਾਲ ਵੀ ਸਨਮਾਨਿਤ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਲੰਡਨ ਸਥਿਤ ਵੈਂਬਲੇ ਹਾਈ ਟੈਕਨੋਲੋਜੀ ਸਕੂਲ ਦੇ ਮੁੱਖ ਅਧਿਆਪਕ ਗਿੱਲ ਹਰਜਾਗਬੀਰ ਬਲ ਨੂੰ ਵੀ ਸਨਮਾਨਿਤ ਕੀਤਾ ਗਿਆ ਹੈ। ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈਥ ਵੱਲੋਂ ਸਨਮਾਨਿਤ ਕੀਤੀਆਂ ਗਈਆਂ ਪ੍ਰਮੁੱਖ ਭਾਰਤੀ ਸ਼ਖਸੀਅਤਾਂ ਵਿੱਚੋਂ ਇੱਕ ਭਾਰਤੀ ਮੂਲ ਦੀ ਅਧਿਆਪਕਾ ਆਸ਼ਾ ਖੇਮਕਾ ਦਾ ਨਾਮ ਵੀ ਸ਼ਾਮਲ ਹੈ, ਜਿਸ ਨੂੰ DBE ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਹੈ। ਤੇ ਮਹਾਰਾਣੀ ਵੱਲੋਂ ਨਵੇਂ ਸਾਲ ਮੌਕੇ ਸਾਲ ਭਰ ਵਿੱਚ ਆਪੋ ਆਪਣੇ ਖੇਤਰਾਂ ਵਿੱਚ ਪ੍ਰਾਪਤੀਆਂ ਕਰਨ ਵਾਲੇ ਲੋਕਾਂ ਨੂੰ ਹਰ ਸਾਲ ਸਨਮਾਨਿਤ ਕੀਤਾ ਜਾਂਦਾ ਹੈ। ਬਿਊਰੋ ਰਿਪੋਰਟ ਡੇ ਐਂਡ ਨਾਈਟ ਨਿਊਜ਼। ਤੇ ਪੰਜਾਬ ਤੋਂ ਪ੍ਰਦੇਸ ਗਏ NRIs ਦੀਆਂ ਪ੍ਰੋਬਲਮਸ ਨੂੰ ਸੋਲਵ ਕਰਨ ਲਈ ਪੰਜਾਬ ਸਰਕਾਰ ਨੇ 2 ਦਿਨੀ ਕਾਨਫਰੰਸ ਆਰਗੇਨਾਈਜ਼ ਕਰਨ ਦੀ ਅਨਾਉਂਸਮੈਂਟ ਕੀਤੀ ਹੈ। ਇਹ ਕਾਨਫਰੰਸ ਸ਼੍ਰੀ ਆਨੰਦਪੁਰ ਸਾਹਿਬ ਅਤੇ ਜਲੰਧਰ ਵਿੱਚ 10 ਜਨਵਰੀ ਤੋਂ ਕੀਤੀ ਜਾਵੇਗੀ। ਇਸ ਕਾਨਫਰੰਸ ਵਿੱਚ ਲਗਭਗ 19 ਕੰਟਰੀਜ਼ ਤੋਂ 400 ਦੇ ਕਰੀਬ ਡੈਲੀਗੇਟਸ ਦੇ ਪਾਰਟਿਸਿਪੇਟ ਕਰਨ ਦੀ ਉਮੀਦ ਹੈ। ਕਿੰਨੇ ਕੁ NRIs ਕਾਨਫਰੰਸ ਦਾ ਹਿੱਸਾ ਬਣਨਗੇ ਇਹ ਤਾਂ ਆਉਣ ਵਾਲੇ ਹਫ਼ਤੇ ਵਿੱਚ ਦੇਖਣ ਤੇ ਹੀ ਪਤਾ ਲੱਗੇਗਾ। ਹੁਣ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ ਹੇਜ਼ਲ ਕਰਾਉਨੀ ਨਾਲ, ਜਿਨ੍ਹਾਂ ਨੂੰ ਵਨਸ ਅਪਨ ਅ ਟਾਈਮ ਇਨ ਮੁੰਬਈ ਵਿੱਚ ਦੇਖਿਆ ਗਿਆ ਸੀ ਇੱਕ ਆਈਟਮ ਨੰਬਰ ਦਿੰਦੇ ਹੋਏ। ਟੇਕ ਅ ਲੁੱਕ ਔਨ ਦਿਸ। मेरा पहला प्यार दी आयशा ਤਾਂ ਤੁਹਾਨੂੰ याद ही होएगी, जो कि फिल्म अ फ्लैट ਵਿੱਚ ਵੀ ਨਜ਼ਰ ਆਈ ਸੀ। ਅਸੀਂ ਗੱਲ ਕਰ ਰਹੇ ਹਾਂ ਹੇਜ਼ਲ ਕਰਾਉਨੀ ਦੀ, ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਬਾਲੀਵੁੱਡ ਆਈਟਮ Song ਲੈ ਕੇ ਪਹਿਲਾ ਪਿਆਰ ਵਿੱਚ ਦੇਖਿਆ ਗਿਆ ਸੀ ਤੇ ਇਸ ਗਾਣੇ ਤੋਂ ਬਾਅਦ ਇਹਨਾਂ ਨੂੰ ਕਈ ਐਡਵਰਟਾਈਜ਼ਮੈਂਟਸ ਵਿੱਚ ਵੀ ਦੇਖਿਆ ਗਿਆ। ਹੇਜ਼ਲ ਨੇ ਬਾਲੀਵੁੱਡ ਇੰਡਸਟਰੀ ਵਿੱਚ ਸਾਲ 2004 ਵਿੱਚ ਕਦਮ ਰੱਖਿਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਕਈ ਫਿਲਮਾਂ ਵਿੱਚ ਦੇਖਿਆ ਗਿਆ। That first film came because at the time I was really doing a lot of ads. I was pretty much all over the place for a couple of years. I did ads for Pond, Sunsilk and many other brands. So the director of MP3 had seen those ads and he called me for an audition. At the time I didn't really speak any Hindi, but I got selected and that was the start of the journey. ਫਿਲਮ ਅ ਫਲੈਟ ਵਿੱਚ ਹੇਜ਼ਲ ਨੇ ਜਿਮੀ ਸ਼ੇਰਗਿਲ ਤੇ ਸੰਜੇ ਸੂਰੀ ਦੇ ਨਾਲ ਕੰਮ ਕੀਤਾ ਤੇ ਹੇਜ਼ਲ ਦਾ ਕਹਿਣਾ ਹੈ ਕਿ ਉਹਨਾਂ ਨੂੰ ਜਿਮੀ ਦੇ ਨਾਲ ਕੰਮ ਕਰਨ ਦਾ ਐਕਸਪੀਰੀਅੰਸ ਕਾਫੀ ਚੰਗਾ ਲੱਗਿਆ। He's a really good actor and he's really focused. He doesn't really talk much when he's on set. He's just totally into his work. So I guess I, learnt, the importance of dedication and being focused in your work. ਫਿਲਮਸ ਤੇ ਐਡਵਰਟਾਈਜ਼ਮੈਂਟ ਤੋਂ ਬਾਅਦ ਹੁਣ ਹੇਜ਼ਲ ਰੀਸੈਂਟਲੀ ਬਾਲੀਵੁੱਡ ਫਿਲਮ ਵਨਸ ਅਪਨ ਅ ਟਾਈਮ ਇਨ ਮੁੰਬਈ ਦੁਬਾਰਾ ਵਿੱਚ ਇੱਕ ਆਈਟਮ ਨੰਬਰ ਕਰਦੀ ਹੋਈ ਵੀ ਦਿਖੀ ਸੀ। That was really fun. It was really good working with Akshay Kumar. He's like super good at what he does, like very inspiring and he knows it all, like from the choreography to everything. Sometimes the choreographers would have trouble working out a step or a move or how a shot's going to work and he'd be like, okay, just stop. Okay, we're going to do this, 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 this. I'm going to turn you around. And oh, okay, cool. So yeah, like 20 years in the industry, it definitely pays off. ਹੇਜ਼ਲ ਦਾ ਕਹਿਣਾ ਹੈ ਕਿ ਅਕਸ਼ੇ ਕੁਮਾਰ ਜਿੰਨੇ ਸ਼ਰੀਫ ਦਿਖਦੇ ਨੇ ਉਹਨੇ ਸ਼ਰੀਫ ਨਹੀਂ ਹੈ ਤੇ ਹੁਣ ਤੁਸੀਂ ਇਹ ਜ਼ਰੂਰ ਜਾਣਨਾ ਚਾਹੋਗੇ ਕਿ ਹੇਜ਼ਲ ਨੇ ਆਖਿਰ ਐਵੇਂ ਕਿਉਂ ਕਿਹਾ। He's quite a prankster, and I think most actors, because sometimes it's boring shooting, so they do stuff to pass the time. So anyway, I was shooting with another girl, Amanda, and he had some other co-stars who were like part of the gangsters that he was with in the film, and he basically told his friend to go past my friend Amanda, and we were all standing there and basically pretend to sneeze. So he was like, like this on her shoulder, yeah. And she was like, and then at the same time, Akshay was holding a spray, so he sprayed on her shoulder, and she like literally screamed and was like this, and we were just like, look. I didn't see the spray. All we heard was this huge sneeze, and this guy just like sneezing on her shoulder, and we were just like, oh my god, that's disgusting. And then we turned around and then Akshay we had this spray, so it was really funny. ਤੇ ਬਾਲੀਵੁੱਡ ਤੋਂ ਬਾਅਦ ਹੁਣ ਜਲਦੀ ਹੀ ਹੇਜ਼ਲ ਇੱਕ ਪੰਜਾਬੀ ਫਿਲਮ ਮਾਈਸੈਲਫ ਕੈਂਟ ਵਿੱਚ ਕੈਮਿਓ ਰੋਲ ਕਰਦੀ ਹੋਈ ਨਜ਼ਰ ਆਏਗੀ। It's very small. I play a bartender, and there's some altercation that happens in the bar, in a disco kind of thing, and then from there it goes into a song. So it's like a very small sort of
character, but it's more about the song. ਵੈਲ ਹੇਜ਼ਲ, ਅਸੀਂ ਤੁਹਾਨੂੰ ਹਿੰਦੀ ਬੋਲਦੇ ਤਾਂ ਸੁਣ ਲਿਆ, ਪਰ ਹੁਣ ਕੁਝ ਪੰਜਾਬੀ ਹੋ ਜਾਏ। Oh, instead of behen for sister, it's pen, pen. So I learnt that, and what else did I learn? It's just the accent as well, which is more up and down, more sing-song. I don't know if I'm going to pronounce it properly, but I'll try. Okay. Penu aag jaake, I love you, da lagta, आपकी शक्ल देखी एक बंदर जिया। ਵੈਲ ਹੇਜ਼ਲ, ਵੀ ਹੋਪ ਕਿ ਤੁਹਾਡੇ ਕੰਮ ਨੂੰ ਦਰਸ਼ਕ ਜ਼ਰੂਰ ਪਸੰਦ ਕਰਨ ਤੇ ਅਸੀਂ ਤੁਹਾਨੂੰ ਅੱਗੇ ਵੀ ਐਵੇਂ ਹੀ ਫਿਲਮਾਂ ਵਿੱਚ ਦੇਖਦੇ ਰਹੀਏ। ਬਿਊਰੋ ਰਿਪੋਰਟ ਹੈ 9 ਨਿਊਜ਼। ਹੁਣ ਸਮਾਂ ਹੈ ਖਾਸ ਮੁਲਾਕਾਤ ਦਾ। ਅੱਜ ਸਾਡੇ ਨਾਲ ਮੌਜੂਦ ਨੇ ਇੰਡੋ ਕੈਨੇਡੀਅਨ ਸਿੰਗਰ, ਸੌਂਗਰਾਈਟਰ, ਕੰਪੋਜ਼ਰ, ਪ੍ਰੋਡਿਊਸਰ ਐਂਡ ਹਿਪ ਹੌਪ ਆਰਟਿਸਟ ਇਸ਼ਕ ਬੈਕਟਰ। ਇਸ ਮੁਲਾਕਾਤ ਦੌਰਾਨ ਇਸ਼ਕ ਬੈਕਟਰ ਨੇ ਸਾਡੇ ਨਾਲ ਸ਼ੇਅਰ ਕੀਤਾ ਆਪਣੀ ਸਿੰਗਿੰਗ ਦਾ ਅਨਮੋਲ ਸਫ਼ਰ। ਹੈਵ ਅ ਲੁੱਕ। ਪੰਜਾਬੀਆਂ ਨੂੰ ਅਕਸਰ ਚਾਹ ਹੁੰਦਾ ਹੈ ਗਾਣੇ ਗਾਉਣ ਦਾ ਐਂਡ ਲਿਰਿਕਸ ਲਿਖਣ ਦਾ, ਮਤਲਬ ਇਹ ਤਾਂ ਇਨਬੋਰਨ ਅਸੀਂ ਕਹਿ ਦਈਏ ਟੈਂਡੈਂਸੀ ਹੁੰਦੀ ਹੈ ਪੰਜਾਬੀਆਂ 'ਚ। ਅਤੇ ਜਿਵੇਂ ਜਿਵੇਂ ਉਹ ਗਰੋ ਹੁੰਦੇ ਜਾਂਦੇ ਨੇ ਅਤੇ ਵੱਡੇ ਬੈਸਟ ਸਿੰਗਰਸ ਬਣ ਜਾਂਦੇ ਨੇ। ਅਤੇ ਫਿਲਹਾਲ ਇਸ ਟਾਈਮ ਮੇਰੇ ਨਾਲ ਨੇ ਇਸ਼ਕ ਬੈਕਟਰ, ਜਿਨ੍ਹਾਂ ਦਾ ਓਰੀਜਨ ਪੰਜਾਬ ਦਾ ਹੀ ਹੈ ਅਤੇ ਉਹ ਜਾ ਕੇ ਬਾਹਰ ਵਿਦੇਸ਼ਾਂ 'ਚ ਸੈਟਲ ਹੋ ਗਏ, ਬਟ ਫਿਰ ਵੀ ਪੰਜਾਬ ਨੂੰ ਕੋਈ ਵੀ ਕਦੇ ਵੀ ਨਹੀਂ ਭੁੱਲਦਾ, ਠੀਕ ਇਸ਼ਕ ਦੀ ਤਰ੍ਹਾਂ। ਅਤੇ ਆਓ ਉਹਨਾਂ ਨਾਲ ਗੱਲ ਕਰਦੇ ਹਾਂ ਅਤੇ ਉਹਨਾਂ ਤੋਂ ਜਾਣਦੇ ਹਾਂ ਕਿ ਕਿਵੇਂ ਦਾ ਐਕਸਪੀਰੀਅੰਸ ਹੈ ਉਹਨਾਂ ਦਾ ਸਿੰਗਿੰਗ ਦਾ, ਅਤੇ ਨਾਲ ਹੀ ਇਹ ਜਾਣਦੇ ਹਾਂ ਕਦ ਤੋਂ ਉਹਨਾਂ ਨੇ ਗਾਣਾ ਵਜਾਉਣਾ ਸ਼ੁਰੂ ਕੀਤਾ। ਵੈਲਕਮ ਟੂ ਡੇ 9। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਫॉर ਹੈਵਿੰਗ ਮੀ। ਇਸ਼ਕ, ਮੈਨੂੰ ਇਹ ਦੱਸੋ ਕਿ ਕਦ ਵੈਨ ਯੂ ਥਿੰਕ ਦੈਟ ਯੂ ਵਾਂਟ ਟੂ ਬੀ ਅ ਸਿੰਗਰ? ਐਕਚੁਅਲੀ ਜਦੋਂ ਮੈਂ ਯੂਨੀਵਰਸਿਟੀ 'ਚ ਸੀਗਾ, ਮੈਨੂੰ ਪਤਾ ਸੀਗਾ ਕਿ ਮੈਂ ਇੰਟਰਨੈਸ਼ਨਲ ਗਲੋਬਲ ਇੰਡੀਅਨ ਕਮਿਊਨਿਟੀ ਲਈ ਮੈਂ ਮਿਊਜ਼ਿਕ ਬਣਾਉਣਾ ਵਾ। ਅਤੇ ਮੈਂ ਸੋਚਿਆ ਕਿ ਆਹ ਕੰਮ ਸਿਰਫ ਬੰਬੇ ਹੋ ਸਕਦਾ ਵਾ। ਸੋ ਫਰੋਮ ਕੈਨੇਡਾ ਮੈਂ ਐਕਚੁਅਲੀ ਉੱਥੇ ਦਾ ਜੰਪਾਲਾ, ਮੇਰੀ ਪੈਦਾਇਸ਼ੀ ਵਿਨਿਪੈਗ ਵਿੱਚ ਹੈਗੀ ਹੈ, ਪਰ ਮੇਰਾ ਆਉਣ ਜਾਣ ਹੁੰਦਾ ਰਹਿੰਦਾ ਸੀਗਾ ਵੱਡੇ ਹੁੰਦੇ। ਮਤਲਬ ਮੇਰੀ ਮੰਮੀ ਕਪੂਰਥਲੇ ਤੋਂ ਆ ਅਤੇ ਮੇਰੇ ਡੈਡੀ ਲੁਧਿਆਣਾ। ਅਤੇ ਐਕਚੁਅਲੀ ਜਦੋਂ ਮੈਂ ਫੈਸਲਾ ਕੀਤਾ ਸੀਗਾ ਕਿ ਮੈਂ ਬੰਬੇ ਸ਼ਿਫਟ ਹੋਣਾ ਵਾ, ਫਿਰ ਮੈਂ ਆ ਗਿਆ ਸੀਗਾ ਅਤੇ ਮੈਨੂੰ ਕੁਝ ਸਾਲ ਲੱਗੇ ਮਤਲਬ ਸਮਝ ਕਿ ਕਿੱਦਾਂ ਇੰਡੀਅਨ ਸਾਈਕੋਲੋਜੀ ਕੀ ਹੈਗੀ ਹੈ, ਉਹਨਾਂ ਨੂੰ ਚਾਹੀਦਾ ਕੀ ਹੈ, ਜਨਤਾ ਨੂੰ ਕੀ ਚਾਹੀਦਾ ਵਾ। ਸੋ ਇਟ ਟੁਕ ਮੀ ਅ ਵਾਈਲ। ਫਿਰ ਮੇਰਾ ਪਹਿਲਾ ਐਲਬਮ ਹਿਪ ਹੌਪਰ ਹੋਇਆ ਸੀਗਾ ਮੇਰੇ ਅਤੇ ਸੁਨੀਧੀ ਦਾ ਇਕੱਠੇ। ਸੋ ਦੈਟ ਗੇਵ ਮੀ ਲੈਵਰੇਜ ਟੂ ਵਰਕ ਇਨ ਦ ਇੰਡਸਟਰੀ। ਉਸ ਤੋਂ ਬਾਅਦ ਮੈਂ ਮਿਊਜ਼ਿਕ ਡਾਇਰੈਕਟਰਸ ਨੂੰ ਅੰਡਰ ਸਟੱਡੀ ਕੀਤਾ ਸੀਗਾ, ਜਿੱਦਾਂ ਪ੍ਰੀਤਮ ਦਾ, ਹਿਮੇਸ਼ ਰੇਸ਼ਮੀਆ, ਅਨੂ ਮਲਿਕ, ਸਾਜਿਦ ਵਾਜਿਦ, ਵਿਸ਼ਾਲ ਸ਼ੇਖਰ, ਸਾਰਿਆਂ ਨੂੰ ਫੋਨ ਕਰਦਾ ਰਹਿੰਦਾ ਸੀਗਾ ਕਿ ਮੈਨੂੰ ਸਟੂਡੀਓ ਆਉਣ ਦਿਓ, ਮੈਨੂੰ ਪੇਮੈਂਟ ਦਿਓ ਨਾ ਦਿਓ, ਕ੍ਰੈਡਿਟ ਦਿਓ ਨਾ ਦਿਓ, ਮੈਨੂੰ ਬੈਠਣ ਦਿਓ, ਮੈਨੂੰ ਪ੍ਰੋਗਰਾਮ ਕਰਨ ਦਿਓ ਨਾ, ਨਹੀਂ ਤਾਂ ਮੈਂ ਗਾਣਾ ਗਾਉਂਦਾ ਸੀਗਾ ਉਹਨਾਂ ਲਈ, ਨਹੀਂ ਤਾਂ ਲਿਰਿਕਸ ਲਿਖਦਾ ਸੀਗਾ, ਪ੍ਰੋਗਰਾਮ ਜੋ ਵੀ ਪ੍ਰੋਡਿਊਸ ਕਰਦਾ ਸੀਗਾ। ਅਤੇ ਫਿਰ 1 ਸਾਲ ਤੋਂ ਬਾਅਦ ਐਕਚੁਅਲੀ ਹਿਮੇਸ਼ ਰੇਸ਼ਮੀਆ ਜੀ ਨੇ ਮੈਨੂੰ ਕਿਹਾ ਕਿ ਤੂੰ ਤਿਆਰ ਹੈ, ਤੂੰ ਜਾ, ਪਰ ਜੇ ਮਿਊਜ਼ਿਕ ਡਾਇਰੈਕਸ਼ਨ ਵਿੱਚ ਆਉਣਾ ਵਾ 30-25 ਗਾਣੇ ਨਾ ਲੈ ਕਰ ਆਈ। So he said, because when he came, he had like 100 or 200 songs. ਉਹਨਾਂ ਦੇ ਬੈਂਕ 'ਚ ਬਹੁਤ ਗਾਣੇ ਸੀਗੇ। ਅਤੇ ਜਦ ਉਹ ਗਾਣਾ ਆਸ਼ਿਕ ਬਣਾਇਆ ਹਿੱਟ ਹੋ ਗਿਆ, ਫਿਰ ਲਾਈਨ ਲੱਗੀ ਸੀਗੀ ਉਹਨਾਂ ਦੀ, ਅਤੇ ਉਹਨਾਂ ਨੇ ਇਹ ਫਾਰਮੂਲਾ ਦਿੱਤਾ ਸੀਗਾ ਮੈਨੂੰ। ਅਤੇ ਮੇਰੇ ਬੈਂਕ ਬਣਾਉਣ 'ਚ ਫਿਰ ਮੈਂ ਸ਼੍ਰੀ ਨੂੰ ਮਿਲਿਆ। ਜਦੋਂ ਮੈਂ ਬੈਂਕ ਬਣਾਉਣ ਮਤਲਬ ਲੱਗਾ, ਫਿਰ ਉਹ ਆਇਆ ਸੀਗਾ, ਸ਼੍ਰੀ ਆਇਆ ਸੀਗਾ, ਫਿਰ ਆਪਾਂ ਡੂਓ ਬਣ ਗਏ ਸੀਗੇ। ਅਤੇ ਨਾਓ ਵੀ ਹੈਵ ਲਾਈਕ 200-300 songs in our bank। ਅਤੇ ਜਦੋਂ ਵੀ ਪ੍ਰੋਡਿਊਸਰ ਡਾਇਰੈਕਟਰ ਆਉਂਦੇ ਆ ਜਾਂ ਸਟਾਰਸ ਆਉਂਦੇ ਆ ਸਾਡੇ ਸਟੂਡੀਓ 'ਚ, ਫਿਰ ਉਹਨਾਂ ਨੂੰ ਗਾਣੇ ਦਿਖਾਉਂਦੇ ਆ ਔਰ ਨਏ ਵੀ ਬਣਾ ਦਿੰਦੇ ਆ ਜਾਂ ਜੋ ਵੀ ਹੁੰਦਾ। ਓਕੇ ਇਸ਼ਕ, ਮਤਲਬ ਅਸੀਂ ਹੁਣ ਤੁਹਾਨੂੰ ਦੇਖ ਰਹੇ ਹਾਂ ਕਿ ਹਿਪ ਹੌਪਰ ਦੈਟ ਵਾਜ਼ ਵੈਰੀ ਲਵੇਬਲ ਸੌਂਗ ਬਾਏ ਐਵਰੀਵਨ, ਐਂਡ ਉਸ ਤੋਂ ਬਾਅਦ ਹੁਣ ਤੁਸੀਂ ਰੀਸੈਂਟਲੀ ਬੇਸ਼ਰਮ ਵਿੱਚ ਵੀ ਆਪਣੇ ਸੌਂਗਸ ਦਿੱਤੇ, ਅਤੇ ਹੁਣ ਜਦ ਪੰਜਾਬੀ ਫਿਲਮ ਵਿੱਚ ਆਏ ਹੋ, ਮਤਲਬ ਐਂ ਲੱਗਦਾ ਕਿ ਆਪਣੇ ਦੇਸ਼, ਆਪਣੇ ਬੰਦਿਆਂ ਲਈ ਕੁਝ ਕਰ ਰਹੇ ਹੋ। ਯਾ ਆਈ ਲਵ, ਕਿਉਂਕਿ ਮੈਂ ਬਚਪਨ 'ਚ ਇੱਥੇ ਹੀ ਆਉਂਦਾ ਸੀਗਾ। ਮੇਰੇ ਲਈ ਇੰਡੀਆ ਐਕਚੁਅਲੀ ਜਦੋਂ ਬਚਪਨ 'ਚ ਇੰਡੀਆ ਮੇਰੇ ਲਈ ਏਅਰਪੋਰਟ ਦਿੱਲੀ ਤੱਕ
ਕਿਉਂਕਿ ਉਸ ਵਕਤ 에ਅਰਪੋਰਟ ਹੀ ਨਹੀਂ ਸੀਗਾ ਪੰਜਾਬ 'ਚ ਸੋ ਇਟ ਵਾਸ 에ਅਰਪੋਰਟ ਦਿੱਲੀ 'ਚ ਫਿਰ ਗੱਡੀ ਪੂਰਾ ਗੱਡੀ ਪੰਜਾਬ ਤੱਕ ਫਿਰ ਪੰਜਾਬ ਉਹ ਮੇਰਾ ਇੰਡੀਆ ਸੀਗਾ ਮੈਨੂੰ ਹੋਰ ਕੁਝ ਪਤਾ ਹੀ ਨਹੀਂ ਸੀਗਾ ਫਿਰ ਜਦੋਂ ਮੈਂ ਫੈਸਲਾ ਕੀਤਾ ਸੀਗਾ ਆਉਣ ਦਾ ਫਿਰ ਆਈ ਵੈਂਟ ਸਟ੍ਰੇਟ ਟੂ ਬੰਬੇ ਸੋ ਇਹ ਬਹੁਤ ਅਲੱਗ ਫੀਲਿੰਗ ਹੈ ਪਰ ਵਾਪਸ ਆ ਕੇ ਪੰਜਾਬ ਬਹੁਤ ਮੈਨੂੰ ਬਹੁਤ ਅੱਛਾ ਲੱਗਦਾ ਪਿਆ ਅਤੇ ਆਈ ਡੋਂਟ ਨੋ ਆਈ ਹੋਪ ਤੁਹਾਡੀ ਆਸ਼ੀਰਵਾਦ ਲੈ ਕੇ ਕਿ ਪ੍ਰੋਜੈਕਟ ਹਿੱਟ ਹੋ ਜਾਏ ਅਤੇ ਮੈਨੂੰ ਹੋਰ ਪਿਕਚਰਾਂ ਮਿਲ ਜਾਣ ਮਿਊਜ਼ਿਕ ਡਾਇਰੈਕਸ਼ਨ ਦੇ ਤੌਰ 'ਤੇ ਆਈ ਐਮ ਰੀਅਲੀ ਐਕਸਾਈਟਿਡ ਇਸ ਪਿਕਚਰ ਦਾ ਮਿਊਜ਼ਿਕ ਥੋੜ੍ਹਾ ਲਾਈਕ ਬੱਲੇ ਬੱਲੇ ਪੰਜਾਬੀ ਨਹੀਂ ਗਾ ਉਹ ਖੇਤਾਂ ਵਾਲਾ ਨਹੀਂ ਹੈ ਪਰ ਆਈ ਵਾਂਟ ਟੂ ਡੂ ਦੈਟ ਟੂ ਮੈਂ ਉਹ ਵੀ ਕਰਨਾ ਚਾਹੁੰਦਾ ਪਰ ਇਸ ਪਿਕਚਰ ਦੇ ਰਿਕੁਆਇਰਮੈਂਟ ਦੇ ਮੁਤਾਬਿਕ ਆਪਾਂ ਨੂੰ ਮਿਊਜ਼ਿਕ ਦੇਣਾ ਪਿਆ ਪਰ ਇਟ ਵਾਸ ਸਟਿਲ ਅ ਰੀਅਲੀ ਫਨ ਥਿੰਗ ਟੂ ਡੂ ਤੇ ਜਦ ਵੀ ਪੰਜਾਬ ਆਉਂਦੇ ਹੋ ਤੇ ਕੋਈ ਇਹੋ ਜਿਹੀ ਪਰਟੀਕੂਲਰ ਚੀਜ਼ ਹੈ ਜਿਸ ਨੂੰ ਖਾਣਾ ਪਸੰਦ ਕਰੋ ਜਾਂ ਯੂ ਨੋ ਹਾਂ ਇੱਕ ਚੀਜ਼ ਹੈਗੀ ਹੈ ਮੈਂ ਸਰਸੋਂ ਦਾ ਸਾਗ ਹਾਂ ਮੈਂ ਇੰਨਾ ਵੱਡਾ ਫੈਨ ਹੈ ਸ਼ਾਇਦ ਸਾਰੇ ਹੈਗੇ ਨਾ ਐਵਰੀ ਪੰਜਾਬੀ ਯੂ ਨੋ ਸਾਗ ਮੌਨਸਟਰ ਮੈਂ ਤਾਂ ਸਾਗ ਕੜੀ ਚਾਵਲ ਰਾਜਮਾ ਚਾਵਲ ਮੇਰੇ ਪੰਜਾਬੀ ਡਿਸ਼ ਕਿ ਬਹੁਤ ਮੈਨੂੰ ਜਦੋਂ ਮੈਂ ਇੱਥੇ ਆਉਣਾ ਮੈਂ ਫੁੱਲ ਵੈਜ ਹੋ ਜਾਂਦਾ ਵਾ ਕਿਉਂਕਿ ਮਤਲਬ ਲੋੜ ਹੀ ਨਹੀਂ ਪੈਂਦੀ ਕੁਛ ਹੋਰ ਮਤਲਬ ਪੈਲੇਟ ਇੰਨਾ ਅੱਛਾ ਰਹਿੰਦਾ ਵਾ ਉਹਨਾਂ ਚੀਜ਼ਾਂ ਨਾਲ ਸੋ ਆਮ ਰੀਅਲੀ ਹੈਪੀ ਟੂ ਬੀ ਹੇਅਰ ਤੇ ਜਦੋਂ ਤੁਹਾਡੇ ਪੇਰੈਂਟਸ ਨੂੰ ਪਤਾ ਲੱਗਿਆ ਕਿ ਤੁਸੀਂ ਗਾਣੇ ਯੂ ਵਾਂਟ ਟੂ ਬੀ ਅ ਸਿੰਗਰ ਰਾਈਟ ਤੇ ਉਦੋਂ ਉਹਨਾਂ ਦਾ ਮਤਲਬ ਉਹਨਾਂ ਨੇ ਕਦੀ ਇਹ ਸੋਚਿਆ ਸੀ ਕਿ ਪੰਜਾਬੀ ਵਿੱਚ ਵੀ ਸਾਡਾ ਮੁੰਡਾ ਗਾਊਗਾ ਉਹਨਾਂ ਦਾ ਰਿਐਕਸ਼ਨ ਪਹਿਲਾਂ ਬਹੁਤ ਹੀ ਉਹ ਡਰ ਗਏ ਸੀਗੇ ਕਿਉਂਕਿ ਕੀ ਹੁੰਦਾ ਕਿ ਜਿਹੜੇ ਪੰਜਾਬ ਦੇ ਹੈਗੇ ਬੰਦੇ ਤੇ ਜੇ ਤੁਸੀਂ ਮਤਲਬ ਕਹੋਗੇ ਕਿ ਮੈਂ ਬੰਬੇ ਜਾਣਾ ਵਾ ਮਿਊਜ਼ਿਕ ਕਰਨ ਲਈ ਉਹ ਤਾਂ ਮਤਲਬ ਪਤਾ ਨਹੀਂ ਕਿ ਉਹ ਤਾਂ ਇੱਕਦਮ ਉਹਨਾਂ ਨੇ ਕਿਹਾ ਕਿ ਆਪਾਂ ਇੰਡੀਆ ਛੋੜ ਕੇ ਕੈਨੇਡਾ ਆਏ ਹਾਂ ਤੁਹਾਡੇ ਫਿਊਚਰ ਲਈ ਅਤੇ ਤੂੰ ਵਾਪਸ ਜਾਣਾ ਚਾਹੁੰਦਾ ਵਾ ਪਹਿਲੇ ਤਾਂ ਇੱਕਦਮ ਹੱਲਾ ਗੁੱਲਾ ਮਤਲਬ ਇੱਕ ਨਾਰਾਜ਼ ਹੀ ਹੋ ਗਏ ਸੀਗੇ ਐਂਡ ਦੈਨ ਸਲੋਲੀ ਉਹਨਾਂ ਨੇ ਕਿਹਾ ਓਕੇ ਠੀਕ ਹੈ ਜਾ ਛੋਟੇ ਤੂੰ ਵਾਪਸ ਆ ਜਾਣਾ ਤਿੰਨ ਹਫ਼ਤੇ ਹਾਂ ਬਾਅਦ 'ਚ ਤਾਂ ਠੀਕ ਹੈ ਇਟਸ ਓਕੇ ਠੀਕ ਹੈ ਆ ਜਾਊਗਾ ਵਾਪਸ ਫਿਰ ਮੈਂ ਜਦੋਂ ਮੈਂ ਵਾਪਸ ਨਹੀਂ ਆਇਆ ਮੇਰੀ 6 ਮਹੀਨੇ ਦੀ ਟਿਕਟ ਸੀਗੀ ਜਦੋਂ ਮੈਂ ਵਾਪਸ ਨਹੀਂ ਆਇਆ ਉਹਨਾਂ ਨੂੰ ਉਹ ਹੋਰ ਡਰ ਉਹਨਾਂ ਦਾ ਉੱਪਰ ਗਿਆ ਹਾਂ ਵੱਧਦਾ ਗਿਆ ਫਿਰ ਜਦੋਂ ਮੇਰੇ ਗਾਣੇ ਟੀਵੀ 'ਤੇ ਆਉਣ ਲੱਗੇ ਉਹਨਾਂ ਤੱਕ ਪਹੁੰਚਣ ਲੱਗੇ ਫਿਰ ਉਹਨਾਂ ਨੂੰ ਥੋੜ੍ਹੀ ਤਸੱਲੀ ਹੋਈ ਕਿ ਓਕੇ ਠੀਕ ਹੈ ਕਿ ਕੁਛ ਮਤਲਬ ਉਹਨੇ ਕੋਈ ਅੱਛੇ ਬੰਦਿਆਂ ਨੂੰ ਪਕੜਿਆ ਜਾਂ ਅੱਛੇ ਰਸਤੇ ਨੂੰ ਪਕੜ ਕਰ ਉਹ ਅੱਗੇ ਜਾ ਰਿਹਾ ਵਾ ਅਤੇ ਇਸ਼ਕ ਮਤਲਬ ਜਿਵੇਂ ਤੁਸੀਂ ਯੂ ਆਰ ਇਨਟੂ ਅਬਰੋਡ ਰਾਈਟ ਅਤੇ ਉੱਥੇ ਪੰਜਾਬੀਆਂ ਦੇ ਨਾਲ ਕਿਵੇਂ ਦਾ ਤੁਹਾਡਾ ਮਤਲਬ ਕਨੈਕਸ਼ਨ ਹੈ ਮਤਲਬ ਐਵਰੀਵਨ ਫੋਰ ਸ਼ੋਰ ਨੋਜ਼ ਯੂ ਅਤੇ ਪੰਜਾਬੀਆਂ ਦੇ ਲਈ ਉੱਥੇ ਕਿਵੇਂ ਦੇ ਫੰਕਸ਼ਨਸ ਲਈ ਵਿੱਚ ਕਿਵੇਂ ਦਾ ਇੰਜੋਇਮੈਂਟ ਚੱਲਦਾ ਰਹਿੰਦਾ ਹੈ ਬਹੁਤ ਅੱਛਾ ਪਰ ਉਹਨਾਂ ਲਈ ਮੈਂ ਬਾਲੀਵੁੱਡ ਜ਼ਿਆਦਾ ਹੈਗਾ ਵਾ ਬਾਲੀਵੁੱਡ ਕਿਉਂਕਿ ਮੈਂ ਬਾਲੀਵੁੱਡ ਮੇਰਾ ਮੇਨ ਚੀਜ਼ ਹੈਗਾ ਵਾ ਮਿਊਜ਼ਿਕ ਪ੍ਰੋਡਕਸ਼ਨ ਸੋ ਆਈਵ ਆਲਵੇਜ਼ ਹੈਡ ਲਾਈਕ ਅ ਫਿਲਮ ਟਾਈਪ ਅ ਸਾਊਂਡ ਦੈਟ ਇਮੋਸ਼ਨਲ ਟਾਈਪ ਆਫ ਵੈਦਰ ਇਟਸ कॉमेडी इमोशन या लव इमोशन या कुछ भी जो भी इमोशन है मेरा ज़्यादा फिल्म टाइप म्यूज़िक होता वा सो आई गेट अ लॉट ऑफ लव ਜਦੋਂ मैं वापस जाना वा पर ज़्यादा बॉलीवुड वो पंजाबी भी थोड़े अच्छा मिस्टर बॉलीवुड आ गया मिस्टर बॉलीवुड ਉੱਦਾਂ ਦਾ ਰਿਐਕਸ਼ਨ ਹੁੰਦਾ ਵਾ ਪਰ ਬਹੁਤ ਅੱਛਾ ਹੁੰਦਾ ਤੇ ਹੁਣ ਜਿਵੇਂ ਤੁਹਾਡੀ ਫਿਲਮ ਆ ਰਹੀ ਹੈ ਤੇ ਉਹਦੇ ਨਾਲ ਵੀ ਉਹਨਾਂ ਨੂੰ ਪੰਜਾਬੀ ਐਟਲੀਸਟ ਯੂ ਨੋ ਐਟ ਲਾਸਟ ਦੇ ਆਰ ਗੋਇੰਗ ਟੂ ਲਿਸਨ ਯੂ ਨੋ ਪੰਜਾਬੀ ਲੈਂਗੁਏਜ ਤੇ ਮਤਲਬ ਉਹ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਆਪਣੇ ਮਦਰ ਲਈ ਵੀ ਗਾਣਾ ਰੱਖਿਆ ਤੇ ਮਤਲਬ ਉਹ ਤਾਂ ਫੋਰ ਸ਼ੋਰ ਦੇ ਗੋਣਾ ਬੀ ਲਾਈਕ ਓ ਮਾਈ ਗॉड ਇਸ਼ਕ ਪੰਜਾਬੀ ਗਾਣਾ ਲੈ ਕੇ ਆ ਗਏ ਨੇ ਯਾ ਫਾਈਨਲੀ ਉਹਨਾਂ ਨੂੰ ਬਹੁਤ ਮੈਨੂੰ ਲੱਗਦਾ ਉਹਨਾਂ ਨੂੰ ਬਹੁਤ ਖੁਸ਼ੀ ਹੋਗੀ ਤੇ ਮੇਰੀ ਫੈਮਿਲੀ ਨੂੰ ਖੁਸ਼ੀ ਹੈ ਪਹਿਲਾਂ ਤੋਂ ਹੀ ਸੋ ਆਮ ਜਸਟ ਯਾ ਦੇ ਮਸਟ ਬੀ ਐਕਸਾਈਟਿਡ ਪਰ ਮੈਂ ਤਾਂ ਸਭ ਕੁਝ ਕਰਨਾ ਮੈਂ ਤਾਂ ਮਰਾਠੀ ਕਰਨ ਨੂੰ ਤਿਆਰ ਆ ਸਾਊਥ ਇੰਡੀਅਨ ਮਿਊਜ਼ਿਕ ਮੈਂ ਤਾਂ ਜੋ ਵੀ ਮਿਲੂਗਾ ਮੈਂ ਕਰਾਂਗਾ ਆਮ ਰੀਅਲੀ ਐਕਸਾਈਟਿਡ ਟੂ ਵਰਕ ਇਨ ਲਾਈਕ ਇਨ ਆਰ ਫਿਲਮ ਇੰਡਸਟਰੀ ਤੇ ਮਤਲਬ ਮੈਂ ਜਗ੍ਹਾ ਬਣਾ ਲਈ ਛੋਟੀ ਜਿਹੀ ਸਾਡੀ ਵੱਡੀ ਇੰਡਸਟਰੀ ਸੋ ਆਮ ਰੀਅਲੀ ਹੈਪੀ ਅਬਾਊਟ ਦੈਟ ਐਂਡ ਆਈ ਕੈਨਟ ਵੇਟ ਟੂ ਡੂ ਮੋਰ ਐਂਡ ਮੋਰ ਮਿਊਜ਼ਿਕ ਸੋ ਤੁਸੀਂ ਦੇਖਿਆ ਕਿ ਇਸ਼ਕ ਨੇ ਕਿਹਾ ਕਿ ਉਹਨਾਂ ਨੇ ਛੋਟੀ ਜਿਹੀ ਜਗ੍ਹਾ ਬਣਾ ਲਈ ਹੈ ਐਂਡ ਵੀ ਵਿਸ਼ ਉਹ ਛੋਟੀ ਜਿਹੀ ਜਗ੍ਹਾ ਕਾਫੀ ਵੱਡੀ ਹੋ ਜਾਏ ਐਂਡ ਉਹਨਾਂ ਨੂੰ ਇਸੇ ਤਰ੍ਹਾਂ ਨਾਟ ਈਵਨ ਬਾਲੀਵੁੱਡ ਈਵਨ ਪੰਜਾਬੀ ਦੀ ਬਾਲੀਵੁੱਡ ਵਿੱਚ ਵੀ ਇੱਕ ਅੱਛਾ ਜਗ੍ਹਾ ਮਿਲੇ ਕੈਮਰਾਮੈਨ ਸ਼ਰਵਨ ਕੁਮਾਰ ਦੇ ਨਾਲ ਹਲੀਨ ਕੌਰ ਡੇ ਨਾਈਟ ਨਿਊਜ਼ ਤੇ ਹੁਣ ਇੱਕ ਨਜ਼ਰ ਮਾਰਦੇ ਹਾਂ ਵਰਲਡ ਵੈਦਰ ਫੋਰਕਾਸਟ ਤੇ।
ਨਿਊਯਾਰਕ ਵਿੱਚ ਆਉਣ ਵਾਲੇ ਹਫ਼ਤੇ ਦੌਰਾਨ ਬੱਦਲ ਛਾਏ ਰਹਿਣ ਦੀ ਉਮੀਦ ਹੈ ਅਤੇ ਟੈਂਪਰੇਚਰ ਐਕਸਪੈਕਟ ਕੀਤਾ ਜਾ ਰਿਹਾ ਹੈ ਬਿਟਵੀਨ -4 ਐਂਡ 8 ਡਿਗਰੀ ਸੈਲਸੀਅਸ। ਟੋਰਾਂਟੋ ਵਿੱਚ ਆਉਣ ਵਾਲੇ ਹਫ਼ਤੇ ਸਨੋ ਸ਼ਾਵਰਸ ਐਕਸਪੈਕਟ ਕੀਤੇ ਜਾ ਰਹੇ ਨੇ ਤੇ ਟੈਂਪਰੇਚਰ ਰੇਂਜ ਕਰੇਗਾ ਬਿਟਵੀਨ -10 ਐਂਡ 2 ਡਿਗਰੀ ਸੈਲਸੀਅਸ। ਵੈਨਕੂਵਰ ਵਿੱਚ ਆਉਣ ਵਾਲੇ ਵੀਕ ਦੌਰਾਨ ਬਾਰਿਸ਼ ਐਕਸਪੈਕਟ ਕੀਤੀ ਜਾ ਰਹੀ ਹੈ ਤੇ ਟੈਂਪਰੇਚਰ ਰੇਂਜ ਕਰੇਗਾ ਬਿਟਵੀਨ 1 ਐਂਡ 7 ਡਿਗਰੀ ਸੈਲਸੀਅਸ। ਲੰਡਨ ਵਿੱਚ ਕੁਝ ਕਲਾਉਡੀ ਡੇਜ਼ ਅਤੇ ਕੁਝ ਸਨੀ ਡੇਜ਼ ਐਕਸਪੈਕਟ ਕੀਤੇ ਜਾ ਰਹੇ ਨੇ ਅਤੇ ਟੈਂਪਰੇਚਰ ਰੇਂਜ ਕਰੇਗਾ ਬਿਟਵੀਨ 3 ਐਂਡ 11 ਡਿਗਰੀ ਸੈਲਸੀਅਸ। ਸਿਡਨੀ ਆਸਟ੍ਰੇਲੀਆ ਵਿੱਚ ਬੱਦਲ ਛਾਏ ਰਹਿਣ ਦੀ ਉਮੀਦ ਕੀਤੀ ਜਾ ਰਹੀ ਹੈ ਅਤੇ ਟੈਂਪਰੇਚਰ ਰੇਂਜ ਕਰੇਗਾ ਬਿਟਵੀਨ 17 ਐਂਡ 30 ਡਿਗਰੀ ਸੈਲਸੀਅਸ। ਇਸ ਦੇ ਨਾਲ ਹੀ ਸਾਡਾ ਹੋਮ ਅਬਰੋਡ ਦਾ ਐਪੀਸੋਡ ਇੱਥੇ ਹੀ ਖਤਮ ਕਰਨ ਦੀ ਸਾਨੂੰ ਦਿਓ ਇਜਾਜ਼ਤ। ਤੁਸੀਂ ਇਸ ਸ਼ੋਅ ਬਾਰੇ ਸਾਨੂੰ ਸੁਝਾਅ ਦੇਣਾ ਨਾ ਭੁੱਲਣਾ editor@dayandnightnews.com ਤੇ। ਅਸੀਂ ਤੁਹਾਡੇ ਵੱਲੋਂ ਦਿੱਤੀ ਗਈ ਸਲਾਹ ਤੇ ਵਿਚਾਰ ਵਟਾਂਦਰਾ ਕਰਾਂਗੇ। ਤੁਸੀਂ ਸਾਨੂੰ ਆਪਣੇ ਸੁਝਾਅ 017250434747 ਤੇ ਕਾਲ ਕਰਕੇ ਵੀ ਦੇ ਸਕਦੇ ਹੋ। ਦੇਸ਼ ਵਿਦੇਸ਼ ਦੀਆਂ ਤਾਜ਼ਾ ਖਬਰਾਂ ਦੇ ਲਈ ਤੁਸੀਂ ਜੁੜੇ ਰਹੋ ਸਾਡੇ ਨਾਲ। ਧੰਨਵਾਦ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ YouTube ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।